हाई कोर्ट के जज साहब नूं असीं यही दस्सिया कि दिस इज़ द क्लीयर कट केस ऑफ फ्रॉड एंड जिहड़ी चीटिंग है, ये नैक्सस चला रहे हैं, एक गिरोह है बड़ा वड्डा और करोड़ां दी ठगी है। जिथे सर साडी कंप्लेंट जाती है उत्थे वो मैनेज कर लेंदे ने, दोने हत्थी पोलीटिकल भी ते दूजा तुहानूं पता ही है साडे देश का जो सिस्टम है। ਜਾਂ ਸਮਝ ਲਓ ਜਦੋਂ ਇਹਨਾਂ ਦੇ ਕੋਲ ਵੀ ਕੰਪਲੇਂਟ ਗਈ ਜੀ, ਉਹ ਸਰਟੀਫਿਕੇਟਸ ਇਸ਼ੂ ਕਰੀ ਜਾਂਦੇ ਨੇ 78% ਦੀ, ਤਾਂ ਇਹਨਾਂ ਦੇ ਮਨ ਦੇ ਵਿੱਚ ਵੀ ਆਇਆ ਯਾਰ ਐਟਲੀਸਟ ਆਪਾਂ ਇਹਦੀ ਪਿਓਰਟੀ ਦਾ ਚੈੱਕ ਕਰਵਾਈਏ। ਤਾਂ ਸਪੈਸੀਫਿਕਲੀ ਖੰਨੇ ਜਾ ਕੇ ਲੈਬੋਰਟਰੀ ਦੇ ਵਿੱਚ ਜਦੋਂ ਜਾ ਕੇ ਉੱਥੇ ਉਹ ਟੈਸਟ ਕਰਵਾਇਆ ਜਾਂਦਾ ਤਾਂ ਇਟਸ ਵੈਰੀ ਸ਼ੌਕਿੰਗ ਔਰ ਸਰਪ੍ਰਾਈਜ਼ਿੰਗ ਫੈਕਟ ਕਿ ਉਹਦੀ ਜਿਹੜੀ ਪਿਓਰਟੀ ਸੀ ਉਹ 0% ਹੈ। ਕੋਰਟ 'ਚ ਉਦੋਂ ਜਾਂਦਾ ਜਦੋਂ ਪੁਲਿਸ ਉਹਨਾਂ ਦੀ ਗੱਲਬਾਤ ਬਿਲਕੁਲ ਸੁਣਦੀ ਨਹੀਂ, ਪੁਲਿਸ ਤੁਸੀਂ ਕਹ ਲਓ ਵੀ ਉਹਨਾਂ ਨੂੰ ਘਸਾ ਦਿੰਦੀ ਹੈ, ਪੰਜਾਬੀ 'ਚ ਕਹ ਲਓ, ਉਦੋਂ ਜਾ ਕੇ ਕੋਰਟਾਂ ਦੇ ਜਿਹੜੇ ਦਰਵਾਜ਼ੇ ਨੇ ਖੜਕਾਏ ਜਾਂਦੇ ਨੇ। ਹੁਣ ਕੀ ਕੀਤਾ, ਇੱਕ ਸਿੰਪਲ ਇੱਕ ਸੈਕਸ਼ਨ 5 ਦੇ ਥੱਲੇ ਇੱਕ FIR ਦਿੱਤਾ ਜਿਹਦੇ 'ਚ ਜਿਹੜੇ ਮੇਨ ਮਗਰਮੱਛ ਸੀਗੇ, ਜਿਵੇਂ ਅਸੀਂ ਜਿਨ੍ਹਾਂ ਦਾ ਨਾਮ ਲਿਖਾਈ ਸਨ, ਉਹਨਾਂ ਨੂੰ ਫੇਰ ਪੁਲਿਸ ਨੇ ਸ਼ੀਲਡ ਕੀਤਾ। ਕਿ ਜੇ ਅੱਜ ਦੇਖਿਆ ਜਾਏ ਤੇ ਮੰਨ ਲਓ 2 ਜਾਂ 3 ਜਾਂ 4 ਕਰੋੜ ਦੀ ਸਾਡੇ ਕੋਲ ਲੋਕਾਂ ਦੀ ਕਲੈਕਸ਼ਨ ਇਕੱਠੀ ਪਈ ਹੈ, ਤਾਂ ਉਹਨਾਂ ਦਾ ਜਿਹੜਾ ਗੋਲਡ ਹੈ ਉਹ 29 ਤੋਂ 30 ਹਜ਼ਾਰ ਦੀ ਅਮਾਊਂਟ ਦਾ ਸਾਡੇ ਕੋਲ ਪਿਆ ਸੀ, ਅੱਜ ਉਹ 55 ਹਜ਼ਾਰ ਦਾ ਹੋ ਗਿਆ। ਇਹਦਾ ਕੋਈ ਟੈਕਸ ਗਵਰਨਮੈਂਟ ਨੂੰ ਗਿਆ, ਇਹਦੀ ਕਿੰਨੀ ਧੋਖਾਧੜੀ ਹੋਈ ਹੈ, ਸਰਕਾਰ ਨਾਲ ਕਿੰਨਾ ਵੱਡਾ ਧੱਕਾ ਲੱਗਿਆ। ਅਸੀਂ ਇਹਨਾਂ ਨੂੰ ਜਾ ਕੇ ਬੇਨਤੀ ਵੀ ਕੀਤੀ ਲੇਕਿਨ ਇਹਨਾਂ ਨੇ ਸਾਡੀ ਨਹੀਂ ਸੁਣੀ। ਕਹਿੰਦੇ ਤੁਸੀਂ ਜਾਓ ਜੋ ਕਰਨਾ ਕਰ ਲਓ, ਨੰਗ ਮਲੰਗ ਬੰਦੇ ਹੋ ਤੁਸੀਂ, ਤੁਹਾਡੇ ਪੱਲੇ ਕੀ ਹੈ। ਅਸੀਂ ਸਾਰਾ ਕੁਝ, ਸਾਡੇ ਕੋਲ ਸਾਡੀ ਸੈਟਿੰਗ ਹੈ, ਅਸੀਂ ਸਾਰਾ ਕੁਝ ਕਰ ਲਾਂਗੇ। ਅਸੀਂ ਅਕਸਰ ਕਿਤਾਬਾਂ ਵਿੱਚ ਵੀ ਪੜ੍ਹਿਆ ਹੈ ਤੇ ਸਿਆਣਿਆਂ ਤੋਂ ਇਹ ਸੁਣਿਆ ਵੀ ਹੈ ਕਿ ਹਰ ਚਮਕਦੀ ਹੋਈ ਚੀਜ਼ ਸੋਨਾ ਨਹੀਂ ਹੁੰਦੀ। ਤੁਹਾਨੂੰ ਦੱਸਾਂਗੇ ਆਖਰ ਕਿਵੇਂ। ਦ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਜੇਕਰ ਤੁਸੀਂ ਵੀ ਕਿੱਟੀ ਪਾਉਣ ਦੇ ਸ਼ੌਕੀਨ ਹੋ, ਤੁਸੀਂ ਕਿੱਟੀ ਪਾਉਂਦੇ ਹੋ, ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਸਾਡੇ ਨਾਲ ਇਸ ਵੇਲੇ ਐਡਵੋਕੇਟ ਘੁੰਮਣ ਬ੍ਰਦਰਸ ਖੜੇ ਨੇ ਤੇ ਜਵੈਲਰਸ ਐਸੋਸੀਏਸ਼ਨ ਪੰਜਾਬ ਦੇ ਕੁਝ ਅਹੁਦੇਦਾਰ ਖੜੇ ਨੇ। ਗੱਲਬਾਤ ਕਰਾਂਗੇ ਕਿਉਂਕਿ ਮਾਮਲਾ ਕਿੱਟੀ ਦੇ ਨਾਲ ਸੰਬੰਧਿਤ ਹੈ ਤੇ ਕਰੋੜਾਂ ਰੁਪਏ ਦੀ ਠੱਗੀ ਵੀ ਹੋਈ ਹੈ। ਗੱਲਬਾਤ ਕਰਾਂਗੇ। ਭਾਜੀ ਬਹੁਤ ਸਵਾਗਤ ਹੈ ਦ ਖਬਰਸਾਰ। ਬਹੁਤ ਬਹੁਤ ਧੰਨਵਾਦ ਠਾਕੁਰ ਸਾਹਿਬ। ਹਾਂਜੀ ਭਾਈ ਮਾਮਲਾ ਕੀ ਹੈ? ਸੁਣਿਆ ਹੈ ਵੀ ਕਿੱਟੀ ਦੇ ਚੱਕਰ ਦੇ ਵਿੱਚ ਕਰੋੜਾਂ ਰੁਪਏ ਰਗੜੇ ਗਏ ਨੇ ਲੋਕਾਂ ਦੇ। ਦੇਖੋ, ਮੈਂ ਮਤਲਬ ਤੁਹਾਨੂੰ ਥਾਰੋਲੀ ਥੋੜ੍ਹਾ ਜਿਹਾ ਦੱਸਣਾ ਚਾਹੂੰਗਾ। ਇਹ ਭਾਈ ਸਾਹਿਬ ਸਾਡੇ ਨਾਲ ਜਿਹੜੇ ਆਏ ਨੇ ਜੀ, ਇਹ ਚਰਨਜੀਤ ਸਹਿਦੇਵ ਨੇ, ਅੱਗੇ ਵਾਈਸ ਪ੍ਰਧਾਨ ਪੰਜਾਬ ਦੇ ਨੇ ਜੀ। ਇਹ ਸਾਡੇ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਦੇ ਵਿੱਚ 350 ਦੇ ਕਰੀਬ ਕਮ ਸੇ ਕਮ ਗੋਲਡ ਸਮਿਥ ਜਿਹੜੇ ਜਵੈਲਰੀ ਦਾ ਕੰਮ ਕਰਦੇ ਨੇ ਜੀ, ਸਾਡੇ ਜਿਹੜੇ ਚਲਾ ਰਹੇ ਨੇ ਜੀ। ਹੁਣ ਉੱਥੇ ਹੁੰਦਾ ਕੀ ਹੈ, ਕੁਝ ਪੈਸੇ ਦਾ ਲਾਲਚ ਕਹਿ ਲਓ ਜਾਂ ਉਹਨਾਂ ਨੂੰ ਆਈ ਡੋਂਟ ਨੋ ਜ਼ਿਆਦਾ ਮਤਲਬ ਭਰਮਾਉਣ ਦਾ ਚੱਕਰ ਕਹਿ ਲਓ। 2012 'ਚ 6-7 ਜਵੈਲਰਸ ਨੇ, ਬਾਬੂ ਜਵੈਲਰਸ, OP ਜਵੈਲਰਸ, ਇੱਦਾਂ ਹੀ ਕਈ 6-7 ਜਣੇ ਹੋਰ ਸੀ, ਜਿਨ੍ਹਾਂ ਨੇ ਇੱਕਦਮ ਜਿਹੜਾ ਤੁਸੀਂ ਕਹਿ ਲਓ ਇੱਕ ਨਵਾਂ ਸਿਸਟਮ ਸ਼ੁਰੂ ਕਰਤਾ ਕਿ ਕਿੱਟੀ ਤੇ ਡਰੋ ਪਾਉਣ ਦਾ। ਹੁਣ ਉਹਨਾਂ ਡਰੋ ਪਾਉਣ ਦੇ ਵਿੱਚ ਕੀ ਹੁੰਦਾ ਹੈ, ਗਾਹਕ ਜਿਹੜਾ ਭਾਜੀ ਓਪਨ ਫਲਕਸ ਲਾਉਂਦੇ ਨੇ, ਜਿਹੜਾ ਬੈਨਿੰਗ ਐਕਟ, ਜਿਹੜਾ ਪ੍ਰਾਈਸ ਚਿੱਟ ਐਂਡ ਜਿਹੜਾ ਮਨੀ ਸਰਕੂਲੇਟਿੰਗ ਐਕਟ, ਉਹਦੀਆਂ ਧੱਜੀਆਂ ਉੱਡਦੀਆਂ ਨੇ। ਸਾਡਾ ਜਿਹੜਾ ਪ੍ਰਸ਼ਾਸਨ ਹੈ ਉਹ ਅੱਖਾਂ ਕੁੰਭ ਕਰਨ ਦੀ ਨੀਂਦ ਸੁੱਤਾ ਹੈ ਤੇ ਉਹ ਸ਼ਰੇਆਮ ਫਲਕਸ ਲਾਉਂਦੇ ਨੇ, ਸ਼ਰੇਆਮ ਪੋਸਟਰ ਵੰਡਦੇ ਨੇ, ਜਿਹੜੀਆਂ ਆਪਣੀਆਂ ਅਖਬਾਰਾਂ ਨੇ ਉਹਨਾਂ 'ਚ ਪੈਂਫਲੇਟਸ ਜਾਂਦੇ ਨੇ ਔਰ ਉਹ ਗਾਹਕਾਂ ਨੂੰ ਭਰਮਾਉਂਦੇ ਨੇ ਕਿੱਟੀ ਦੇ ਪੈਂਫਲੇਟ, ਕਿੱਟੀ ਤੇ ਡਰੋ ਲਈ। ਲੇਕਿਨ ਇਹਦਾ ਇਲੀਗਲ ਨਹੀਂ ਹੈਗਾ ਸਰ। ਇਸ ਚੀਜ਼ ਬਾਰੇ 1978 ਦਾ ਜਿਹੜਾ ਐਕਟ ਹੈ, ਮੈਨੂੰ ਲੱਗਦਾ ਵੀ ਆਪਣੇ ਪੰਜਾਬ ਦੀ ਜਨਰਲ ਪਬਲਿਕ ਜਿਹੜੀ ਹੈ, ਪੰਜਾਬ ਕੀ ਇੰਡੀਆ ਦੀ, ਦੇ ਆਰ ਨੋਟ ਅਵੇਅਰ ਕਿ ਯਾਰ ਇਹ ਬੈਨ ਹੈ, ਇਹ ਆਪਾਂ ਕਰ ਨਹੀਂ ਸਕਦੇ। ਇਹ ਅਨਅਫੀਸ਼ੀਅਲ ਹੁੰਦਾ, ਜਿਹੜੀਆਂ ਘਰਾਂ ਤੋਂ ਘਰਾਂ ਲੇਡੀਜ਼ ਕਿੱਟੀਆਂ ਪਾ ਲੈਂਦੀਆਂ ਨੇ, ਉਹ ਕੀ ਹੁੰਦਾ ਵੀ ਆਪਣੀ ਸਹਿਮਤੀ, ਉਹ ਅਨਅਫੀਸ਼ੀਅਲ ਹੈ, ਉਹ ਕਿਸੇ ਵੀ ਉਹਦੇ ਵਿੱਚ ਨਹੀਂ। ਸੋ ਹੁੰਦਾ ਕੀ ਹੈ, ਹੁੰਦਾ ਇਹ ਠਾਕੁਰ ਸਾਹਿਬ ਉਹ ਭਰਮਾ ਲੈਂਦੇ ਨੇ ਔਰ 6-7 ਸਾਲ ਰੱਜ ਕੇ ਲੋਕਾਂ ਦੀਆਂ ਕਿੱਟੀਆਂ ਪੈਂਦੀਆਂ ਨੇ ਔਰ ਅਲਟੀਮੇਟਲੀ ਜਿਹੜੇ ਸਾਡੇ ਸਵਰਨਕਾਰ ਪੰਜਾਬ ਦੇ ਪ੍ਰਧਾਨ ਅੱਜ ਸੁਰਿੰਦਰ ਆਸਟਾ ਵਾਈਸ ਪ੍ਰਧਾਨ ਜੀ ਖੜੇ ਨੇ, ਇਹਨਾਂ ਕੋਲ ਭਾਜੀ ਇੱਕ ਕੰਪਲੇਂਟ ਦੋ, ਜਦੋਂ ਪਟਾਰਾ ਕੰਪਲੇਂਟਾਂ ਦਾ ਹੋ ਜਾਂਦਾ ਹੈ ਕਿ ਸਾਡੇ ਨਾਲ ਠੱਗੀ, ਅਲਟੀਮੇਟਲੀ ਇਹ ਕੋਸ਼ਿਸ਼ ਕਰਦੇ ਨੇ ਠਾਕੁਰ ਸਾਹਿਬ ਸਮਝਾਉਣ ਦੀ। 2014 ਤੋਂ ਸ਼ੁਰੂ ਹੋ ਕੇ ਰੈਜ਼ੋਲੂਸ਼ਨ ਪਾਉਂਦੇ ਨੇ ਵੀ ਆਹ 6-7 ਮੈਂਬਰਾਂ ਨੂੰ ਅਸੀਂ ਡੀ-ਬਾਰ ਕਰ ਦੇਣਾ। ਇਹ ਸਾਡੀ ਐਸੋਸੀਏਸ਼ਨ ਦਾ ਜਿਹੜਾ ਰੁਤਬਾ ਹੈ, ਜਿਹੜਾ ਸਾਡਾ ਸਿਸਟਮ ਹੈ, ਉਹਨੂੰ ਖਰਾਬ ਦਾਗ ਪੈ ਰਹੇ ਨੇ। ਜੇ ਘਰ ਦੇ ਵਿੱਚ ਇੱਕ ਮੈਂਬਰ ਗਲਤੀ ਕਰਦਾ ਤਾਂ ਛੱਟੇ ਜਿਹੜੇ ਨੇ ਉਹ ਸਾਰੇ ਪਰਿਵਾਰ ਤੇ ਆਉਂਦੇ ਨੇ। ਸੋ ਇਹਨਾਂ ਨੇ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ। ਹੌਲੀ ਕਰਦਿਆਂ ਰੈਜ਼ੋਲੂਸ਼ਨ ਪਾਈ ਗਏ। ਅਲਟੀਮੇਟਲੀ ਜਦੋਂ ਕਹਿੰਦੇ ਨੇ ਸਬਰ ਦਾ ਪਿਆਲਾ ਭਰ ਗਿਆ ਤਾਂ ਇਹ ਜਾ ਕੇ 2019 ਅਕਤੂਬਰ ਦੇ ਵਿੱਚ SSP ਨੂੰ ਇੱਕ ਰਿਪਰੈਜ਼ੈਂਟੇਸ਼ਨ ਕੰਪਲੇਂਟ ਦੇ ਕੇ ਆਉਂਦੇ ਨੇ ਕਿ ਇਹ 7 ਦੇ ਖਿਲਾਫ ਕਾਨੂੰਨਨ ਪਰਚਾ ਜਿਹੜਾ ਉਹ ਦਰਜ ਕੀਤਾ ਜਾਵੇ। ਹੁਣ ਉੱਥੇ ਕਿਉਂਕਿ ਉਹਨਾਂ ਨੇ ਪੈਸੇ ਕਮਾਏ ਨੇ, ਪੋਲੀਟੀਕਲ ਦਬਾਅ ਥੱਲੇ ਕਹਿ ਲਓ, ਆਪਣੇ ਪ੍ਰੈਸ਼ਰ ਥੱਲੇ ਕਹਿ ਲਓ, ਸੋ ਉਹਨੂੰ ਭਾਜੀ 10 ਮਹੀਨੇ 12 ਮਹੀਨੇ ਲੱਗ ਜਾਂਦੇ ਨੇ। ਫਿਰ ਇਹ ਸਾਡੇ ਕੋਲ ਆਉਂਦੇ ਨੇ ਜੀ, ਅਸੀਂ ਅੱਕ ਚੁੱਕੇ ਹਾਂ, ਪੌੜੀਆਂ ਚੜ੍ਹ ਕੇ SSP ਫਤਿਹਗੜ੍ਹ ਸਾਹਿਬ ਤੇ ਉਹਦੀ ਜਿਹੜੀ ਬਾਕੀ ਦੀ ਥੱਲੇ ਜਿਹੜੇ ਆਫੀਸਰ ਸਾਹਿਬਾਨ ਨੇ ਉਹ ਕੋਈ ਕਾਰਵਾਈ ਨਹੀਂ ਕਰ ਰਹੇ।
ਸੋ ਅਸੀਂ ਹਾਈ ਕੋਰਟ ਦੇ ਵਿੱਚ ਰਿਟ ਪਟੀਸ਼ਨ ਪਾਉਂਦੇ ਆ। ਰਿਟ ਪਟੀਸ਼ਨ ਤੇ ਪਹਿਲੀ ਤੇ ਜਸਟਿਸ ਮੈਦਾਨ ਸਾਹਿਬ ਦੇ ਲੱਗਦੀ ਐਚਐਸ ਮੈਦਾਨ ਜੀ ਦੇ, ਉਹਨਾਂ ਨੇ ਐਸਐਸਪੀ ਨੂੰ ਡੀਜੀਪੀ ਨੂੰ ਪਾਰਟੀ ਬਣਾਇਆ ਸੀ, ਐਸਐਸਪੀ ਨੂੰ ਡਾਇਰੈਕਟ ਕੀਤਾ ਕਿ ਜਿਹੜੀ ਕਿਉਂ 8-10 ਮਹੀਨੇ ਜੋ ਰਿਪਰੈਜ਼ੈਂਟੇਸ਼ਨ ਇਹਨਾਂ ਦੀ ਹੈਗੀ ਹੈ ਇਨ ਅਕੋਰਡੈਂਸ ਵਿਦ ਲਾਅ, ਉਹਦਾ ਜਿਹੜਾ ਨਿਪਟਾਰਾ ਜਿਹੜਾ ਉਹ ਕੀਤਾ ਜਾਂਦਾ ਹੈ। ਸੋ ਉਹਦਾ ਅਸੀਂ ਆਰਡਰ ਦਿੰਦੇ ਆ। ਇਹ ਆਰਡਰ ਲਾ ਕੇ ਐਸਐਸਪੀ ਸਾਹਿਬ ਨੂੰ ਮਿਲਦੇ ਨੇ, ਮਾਨਯੋਗ ਜਿਹੜੇ ਫਤਿਹਗੜ੍ਹ ਸਾਹਿਬ ਲੱਗੇ ਨੇ। ਐਸਐਸਪੀ ਸਾਹਿਬ ਦੁਬਾਰਾ ਜਿਹੜਾ ਪੀਬੀਆਈ ਨੂੰ ਦਿੰਦੇ ਨੇ, ਐਸਪੀ ਪੀਬੀਆਈ ਨੂੰ। ਸੋ ਕੱਲ ਸਾਨੂੰ ਵੀ ਗੈਟ ਦੀ ਇਨਫੋਰਮੇਸ਼ਨ ਕਿ ਜੀ ਪਰਚਾ ਇੱਕ ਦਰਜ ਕਰ ਦਿੱਤਾ ਗਿਆ। ਵੀ ਆਰ ਹੈਪੀ ਯਾਰ, ਬੜੀ ਅੱਛੀ ਗੱਲ ਹੋ ਗਈ। ਲੇਕਿਨ ਤੁਹਾਨੂੰ ਲੱਗਦਾ ਨਹੀਂ ਵੀ ਜੇ ਇਹ ਕੰਮ ਪੁਲਿਸ ਪਹਿਲਾਂ ਹੀ ਕਰ ਦਿੰਦੀ, ਜਦੋਂ ਪਹਿਲਾਂ ਇਹ ਐਪਲੀਕੇਸ਼ਨ ਲੈ ਕੇ ਗਏ ਨੇ, ਦਰਖਾਸਤ ਲੈ ਕੇ ਗਏ ਨੇ, ਤਾਂ ਨਾ ਜੁਡੀਸ਼ਰੀ ਦੇ ਮੋਢਿਆਂ ਦੇ ਭਾਰ ਪੈਂਦਾ, ਨਾ ਜੁਡੀਸ਼ਰੀ ਦਾ ਟਾਈਮ ਜ਼ਾਇਆ ਹੁੰਦਾ, ਨਾ ਹੀ ਇਹਨਾਂ ਦੀ ਇੰਨੀ ਨੱਠ ਭੱਜ ਹੁੰਦੀ, ਜੇ ਪੁਲਿਸ ਆਪਣਾ ਕੰਮ ਇਮਾਨਦਾਰੀ ਨਾਲ ਕਰਦੀ ਪਹਿਲਾਂ ਹੀ। ਠਾਕੁਰ ਸਾਹਿਬ, ਸਾਡੇ ਸਿਸਟਮ ਦੇ ਵਿੱਚ ਕੀ ਹੈ, ਦੇਖੋ ਸਾਡੀ ਜੇ ਪੁਲਿਸ ਤੇ ਜਿਹੜੀ ਜੁਡੀਸ਼ਰੀ, ਚਲੋ ਜੁਡੀਸ਼ਰੀ ਤਾਂ ਅਲਟੀਮੇਟਲੀ ਬੈਠੀ ਹੋਈ ਹੈ, ਜੇ ਪੁਲਿਸ ਕੰਮ ਆਪ ਕਰਦੀ ਹੋਵੇ ਨਾ ਤਾਂ ਮੈਨੂੰ ਲੱਗਦਾ ਵੀ ਕੋਰਟ 'ਚ ਦਰਵਾਜ਼ਾ ਖੜਕਾਉਣ ਦੀ ਜ਼ਰੂਰਤ ਮੈਨੂੰ ਲੱਗਦਾ ਕਿਸੇ ਨੂੰ ਪੈਂਦੀ ਹੈ। ਦੇਖੋ 10 ਮਹੀਨੇ ਮੈਂ ਇਹਨਾਂ ਨੂੰ ਇੱਕ ਗੱਲ ਕਹੀ, ਮੈਂ ਕਿਹਾ ਸਾਨੂੰ ਕਈ ਵਾਰੀ ਜੱਜਿਸ ਨਾ ਕਹਿ ਦਿੰਦੇ ਨੇ ਯਾਰ ਹਜੇ ਹੁਣ ਤਾਂ ਵਕੀਲ ਸਾਹਿਬ ਅਜੇ ਰਿਪਰੈਜ਼ੈਂਟੇਸ਼ਨ ਤੁਹਾਡੇ ਕਲਾਇੰਟ ਨੇ ਦਿੱਤੀ ਹੈ, ਤੁਸੀਂ 15 ਦਿਨ ਨਹੀਂ ਟਿਕੇ, ਤੁਸੀਂ ਕੋਰਟ 'ਚ ਆ ਵੀ ਗਏ। ਸੋ ਮੈਂ ਕਿਹਾ ਇਹਨਾਂ ਨੂੰ ਮੈਂ ਸ਼ਾਬਾਸ਼ ਦਿੱਤੀ ਵੀ ਤੁਸੀਂ 1 ਸਾਲ ਬਾਅਦ ਆਏ ਹੋ। ਅਕਤੂਬਰ 19 ਤੋਂ ਬਾਅਦ ਅਕਤੂਬਰ 20 'ਚ ਆਏ ਨੇ ਜੀ ਮੇਰੇ ਕੋਲ ਆਏ। ਅਸੀਂ ਮੈਂ ਤੇ ਬ੍ਰਦਰ ਨੇ ਇਹਨਾਂ ਦੀ ਬਣਾ ਕੇ ਫਟਾਫਟ ਰਿਟ ਪਟੀਸ਼ਨ ਹਾਈ ਕੋਰਟ 'ਚ ਪਾਈ। ਹਾਈ ਕੋਰਟ ਦੇ ਜੱਜ ਸਾਹਿਬ ਨੂੰ ਅਸੀਂ ਇਹੀ ਦੱਸਿਆ ਕਿ ਦਿਸ ਇਜ਼ ਦੀ ਕਲੀਅਰ ਕੱਟ ਕੇਸ ਆਫ ਫਰੋਡ ਐਂਡ ਜਿਹੜੀ ਚੀਟਿੰਗ ਹੈ, ਇਹ ਨੈਕਸਸ ਚਲਾ ਰਹੇ ਨੇ, ਇੱਕ ਗਰੋਹ ਹੈ ਬੜਾ ਵੱਡਾ ਔਰ ਕਰੋੜਾਂ ਦੀ ਠੱਗੀ ਹੈ। ਇਹਨਾਂ ਲੋਕਾਂ ਨੇ ਪੈਸੇ ਕਮਾ ਚੁੱਕੇ ਨੇ। ਹੁਣ ਹੁੰਦਾ ਕਿ ਜਿੱਥੇ ਸਰ ਸਾਡੀ ਕੰਪਲੇਂਟ ਜਾਂਦੀ ਹੈ ਉੱਥੇ ਉਹ ਮੈਨੇਜ ਕਰ ਲੈਂਦੇ ਨੇ, ਦੋਨੇ ਹੱਥੀ, ਪੋਲੀਟੀਕਲ ਵੀ ਤੇ ਦੂਜਾ ਤੁਹਾਨੂੰ ਪਤਾ ਹੀ ਹੈ ਸਾਡੇ ਦੇਸ਼ ਦਾ ਜੋ ਸਿਸਟਮ ਹੈ। ਸੋ ਸਾਡੇ ਰੱਬ ਜਾਣਦਾ ਸਾਡੇ ਪੈਰ ਨਹੀਂ ਲੱਗ ਪਾ ਰਹੇ। ਪੌੜੀਆਂ ਚੜ੍ਹ ਕੇ ਜਾਂਦੇ ਆ, 2 ਘੰਟੇ ਬੈਠਦੇ ਆ ਤੇ ਪੌੜੀਆਂ ਚੜ੍ਹ ਕੇ ਨਿਰਾਸ਼ ਹੋ ਕੇ ਘਰ ਜਾਂਦੇ ਆ। ਸੋ ਹਾਈ ਕੋਰਟ ਦੇ ਜੱਜ ਸਾਹਿਬ ਨੇ ਸਾਡੀ ਜਿਹੜੀ ਸਾਡਾ ਆਰਡਰ ਸੀ ਉਹ ਕੀਤਾ। ਉਸ ਤੋਂ ਬਾਅਦ ਐਸਐਸਪੀ ਸਾਹਿਬ ਦੇ ਕੋਲ ਗਈ, ਐਸਐਸਪੀ ਸਾਹਿਬ ਨੇ ਆਰਡਰ ਦੇਖ ਕੇ ਉਹਦੀ ਡਾਇਰੈਕਸ਼ਨ ਕੀਤੀ। ਚਲੋ ਐਫਆਈਆਰ ਕੱਲ ਦਰਜ ਹੋ ਚੁੱਕਿਆ ਹੈ, ਪਰ ਠਾਕੁਰ ਸਾਹਿਬ ਹੋਇਆ ਫਿਰ ਬੇਲੇਬਲ ਸੈਕਸ਼ਨ ਥੱਲੇ, ਸੈਕਸ਼ਨ 5 ਜਿਹੜਾ ਹੈ ਉਹਦੇ ਥੱਲੇ ਪਰਚਾ ਦਰਜ ਕੀਤਾ ਗਿਆ 420 67 68 71, ਜੋ ਵੀ ਆਰ ਐਕਸਪੈਕਟਿੰਗ ਕਿ ਦਿਸ ਇਜ਼ ਦੀ ਕਲੀਅਰ ਕੱਟ ਕੇਸ ਆਫ ਫਰੋਡ ਐਂਡ ਚੀਟਿੰਗ, ਬ੍ਰੀਚ ਆਫ ਟਰਸਟ 406 ਨਹੀਂ ਲਾਇਆ ਗਿਆ। ਸੋ ਮੇਰੇ ਕਹਿਣ ਤੋਂ ਭਾਵ ਕਿ ਔਰ ਇਸ ਤੋਂ ਵੱਡੀ ਗੱਲ ਉਹ ਜਿਹੜੀ ਓਪੀ ਵਾਲੀ ਉਹ ਤੁਹਾਨੂੰ ਵਕੀਲ ਸਾਹਿਬ ਦੱਸਦੇ ਨੇ ਜੀ, ਓਪੀ ਜਵੈਲਰਸ ਵਾਲੀ ਦੱਸਿਓ ਜੀ। ਮਤਲਬ ਜੇ ਜਿਹੜੇ ਸੈਕਸ਼ਨਸ ਬਣਦੇ ਨੇ ਉਹ ਨਹੀਂ ਲਾਏ ਗਏ, ਕੀ ਸਮਝੀਏ ਵੀ ਜਿਹੜੀਆਂ ਧਾਰਾਵਾਂ ਨੇ ਉਹ ਜਿਨ੍ਹਾਂ ਦੇ ਆਰੋਪ ਲੱਗ ਰਹੇ ਨੇ, ਇਲਜ਼ਾਮ ਲੱਗ ਰਹੇ ਨੇ, ਉਹਨਾਂ ਦੀ ਮਰਜ਼ੀ ਦੇ ਨਾਲ ਲਾਏ ਗਏ ਨੇ? ਜੀ, ਮੈਂ ਠਾਕੁਰ ਸਾਹਿਬ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਐਫਆਈਆਰ ਦਾ ਥੋੜਾ ਜਿਹਾ ਫੰਡਾ ਮੈਂ ਤੁਹਾਨੂੰ ਕਲੀਅਰ ਕਰ ਦੇਣਾ। ਫਸਟ ਇਨਫੋਰਮੇਸ਼ਨ ਰਿਪੋਰਟ ਜਿਹੜੀ ਹੈ ਅੰਡਰ ਸੈਕਸ਼ਨ 154 ਸੀਆਰਪੀਸੀ ਦੇ ਵਿੱਚ ਰਜਿਸਟਰਡ ਕੀਤੀ ਜਾਂਦੀ ਹੈ। ਇਹ ਐਫਆਈਆਰ ਆਪਾਂ ਸਾਰੇ ਲੋਕ ਮਤਲਬ ਸੁਣਦੇ ਆ ਵੀ ਐਫਆਈਆਰ ਰਜਿਸਟਰਡ ਹੋ ਗਈ। ਇਹ ਬੇਸਿਕਲੀ ਕੀ ਹੈ, ਐਫਆਈਆਰ ਰਜਿਸਟਰਡ ਕੀਤੀ ਜਾਂਦੀ ਹੈ ਔਨ ਦੀ ਬੇਸਿਸ ਆਫ ਦੀ ਐਲੀਗੇਸ਼ਨ ਐਂਡ ਔਨ ਦੀ ਬੇਸਿਸ ਆਫ ਦੀ ਮਟੀਰੀਅਲ ਐਵੀਡੈਂਸ ਜਿਹੜਾ ਕਿ ਕੰਪਲੇਨਟ ਧਿਰ ਤੁਹਾਨੂੰ ਪ੍ਰੋਵਾਈਡ ਕਰਦੀ ਹੈ। ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਜਿਹੜੇ ਪ੍ਰਧਾਨ ਸਾਹਿਬ ਸਾਡੀ ਐਸੋਸੀਏਸ਼ਨ ਸੀ, ਉਹਨਾਂ ਨੇ ਬਕਾਇਦਾ ਇੱਕ ਸਰਟੀਫਿਕੇਟ ਉੱਥੋਂ ਦੇ ਜੁਐਲਰ ਇਸ਼ੂ ਕਰਦੇ ਨੇ, ਇੱਕ ਇਨੋਸੈਂਟ ਬੰਦਿਆਂ ਨੂੰ ਆਪਣਾ 골ਡ ਵੇਚਦੇ ਨੇ ਔਰ ਉਹਨਾਂ ਨੂੰ ਸਰਟੀਫਿਕੇਟ ਕੀ ਇਸ਼ੂ ਕਰਦੇ ਨੇ ਕਿ ਜਿਹੜੀ ਇਹਦੀ ਪ੍ਰੋਫੀਸ਼ੀਐਂਸੀ ਹੋਏਗੀ ਨਾ 골ਡ ਦੀ ਪਿਓਰਿਟੀ, ਉਹ 78% ਦੇ ਥੱਲੇ ਮੈਂਸ਼ਨ ਕਰਕੇ ਤੇ ਸਾਈਨਾਂ ਥੱਲੇ ਉਹ ਇਸ਼ੂ ਕਰਦੇ ਨੇ। ਜਦੋਂ ਓਪੀ ਜੁਐਲਰਸ ਜਦੋਂ ਜਾ ਕੇ ਉਹ ਜਿਹੜਾ ਕਿ ਇਨੋਸੈਂਟ ਬੰਦੇ ਨੇ ਉਹ ਜਾ ਕੇ ਉਹਨਾਂ ਦੇ ਮਨ ਦੇ ਵਿੱਚ ਵਿਚਾਰਿਆਂ ਦੇ ਵਹਿਮ ਆ ਗਿਆ, ਜਾਂ ਸਮਝ ਲਓ ਜਦੋਂ ਇਹਨਾਂ ਦੇ ਕੋਲ ਵੀ ਕੰਪਲੇਂਟ ਗਈ ਜੀ ਉਹ ਸਰਟੀਫਿਕੇਟਸ ਇਸ਼ੂ ਕਰੀ ਜਾਂਦੇ ਨੇ 78% ਦੇ, ਤਾਂ ਇਹਨਾਂ ਦੇ ਮਨ ਦੇ ਵਿੱਚ ਵੀ ਆਇਆ ਯਾਰ ਐਟਲੀਸਟ ਆਪਾਂ ਇਹਦੀ ਪਿਓਰਿਟੀ ਦਾ ਚੈੱਕ ਕਰਵਾਈਏ। ਤਾਂ ਸਪੈਸੀਫਿਕਲੀ ਖੰਨੇ ਜਾ ਕੇ ਲੈਬੋਰਟਰੀ ਦੇ ਵਿੱਚ ਜਦੋਂ ਜਾ ਕੇ ਉੱਥੇ ਉਹ ਟੈਸਟ ਕਰਵਾਇਆ ਜਾਂਦਾ ਤਾਂ ਇਟਸ ਵੈਰੀ ਸ਼ੌਕਿੰਗ ਔਰ ਸਰਪ੍ਰਾਈਜ਼ਿੰਗ ਫੈਕਟ ਕਿ ਉਹਦੀ ਜਿਹੜੀ ਪਿਓਰਿਟੀ ਸੀ ਉਹ 0% ਆਈ। ਹੁਣ ਜੋ ਇੰਡੀਅਨ ਪੈਨਲ ਕੋਡ ਜੋ ਅਸੀਂ ਕਾਨੂੰਨ ਪੜ੍ਹਿਆ ਉਹਦੇ 'ਚ ਪ੍ਰੋਵੀਜ਼ਨ ਹੈ ਕਿ ਜੇਕਰ ਠੱਗੀ ਦਾ ਮੈਟਰ ਤਾਂ ਹੋ ਗਿਆ, 420 ਤਾਂ ਆ ਗਈ, ਔਰ ਜੇਕਰ ਤੁਸੀਂ ਕੋਈ ਰਿਟਨ ਸਟੈਂਪ ਲਾ ਕੇ ਆਪਣੇ ਸਰਟੀਫਿਕੇਟ ਇਸ਼ੂ ਕਰਦੇ ਹੋ ਤਾਂ ਫਿਰ ਇੱਥੇ ਸੈਕਸ਼ਨ 467 68 71 ਦਾ ਇੱਥੇ ਵਾਧਾ ਹੁੰਦਾ ਹੈ। ਮੈਂ ਠਾਕੁਰ ਸਾਹਿਬ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਰੈਲੇਵੈਂਟ ਸੈਕਸ਼ਨਸ ਬਣਦੀਆਂ ਸੀਗੀਆਂ ਇਹ 467 ਦੇ ਅੰਡਰ ਜਿਹੜਾ ਸੀ ਇਹ ਕਵਰ ਹੁੰਦਾ ਸੀ, ਇਹਨਾਂ ਨੇ ਇਹਦੇ ਤੇ ਕਿਉਂ ਨਹੀਂ ਕੀਤਾ? ਨੰਬਰ 2, ਕਿਤੇ ਐਂ ਤਾਂ ਨਹੀਂ ਵੀ ਤੁਹਾਡੀ ਕਾਨੂੰਨ ਦੀ ਕਿਤਾਬ ਅਲੱਗ ਹੋਵੇ, ਜਿਹੜੀ ਉੱਥੇ ਫਤਿਹਗੜ੍ਹ ਸਾਹਿਬ ਜਾਂ ਜਿੱਥੇ ਵੀ ਮਾਮਲਾ ਦਰਜ ਹੋਇਆ ਹੈ ਉਹ ਥਾਣੇ ਵਾਲਿਆਂ ਨੇ ਕੋਈ ਹੋਰ ਕਾਨੂੰਨ ਦੀ ਕਿਤਾਬ ਪੜ੍ਹੀ ਹੋਵੇ? ਦੇਖੋ ਮੈਂ ਤਾਂ ਠਾਕੁਰ ਸਾਹਿਬ ਬੜੀ ਕਲੀਅਰ ਕੱਟ ਗੱਲ ਕਹਾਂਗਾ ਕਿ ਜਿੱਥੇ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਤੁਸੀਂ ਕਹਿ ਲਓ ਇਨਫਲੂਐਂਸ ਪੈ ਗਿਆ, ਭਾਵੇਂ ਉਹ ਪੋਲੀਟੀਕਲ ਪੈ ਗਿਆ ਤੇ ਭਾਵੇਂ ਉਹ ਜਿਹੜਾ ਦੂਜਾ ਜਰੀਆ ਜਿਹਨੂੰ ਆਪਾਂ ਗਿਫਟ ਕਹਿੰਦੇ ਆ,
ਭਾਵੇਂ ਉਹਨਾਂ ਦੇ ਜ਼ਰੀਏ ਪੈ ਗਿਆ ਤਾਂ ਉੱਥੇ ਆ ਕੇ ਜਿਹੜੀ ਸਾਡੀਆਂ ਜਿਹੜੀਆਂ ਕਿਤਾਬਾਂ ਨੇ ਫਿਰ ਉਹ ਬੰਦ ਹੋ ਜਾਂਦੀਆਂ ਨੇ। ਜਿਹੜੀ ਅਸਲ ਕਿਤਾਬ ਹੈ ਇੰਡੀਆ ਦੇ ਵਿੱਚ ਸਿਰਫ ਇੱਕੋ ਹੀ ਕਿਤਾਬਾਂ ਨੇ, ਉਹ ਥਰੂ ਆਊਟ ਇੰਡੀਆ, ਜੇਕਰ ਮੈਨੂੰ ਵੀ ਲਾਇਸੈਂਸ ਮਿਲਿਆ ਤਾਂ ਮੈਂ ਥਰੂ ਆਊਟ ਇੰਡੀਆ ਜਿੱਥੇ ਮਰਜ਼ੀ ਜਾ ਕੇ ਵਕਾਲਤ ਸ਼ੁਰੂ ਕਰ ਲਵਾਂ। ਸੋ ਇਹਨਾਂ ਨੇ ਫਿਰ ਉਹ ਜਿਹੜੇ ਅਸਲ ਕਾਨੂੰਨ ਨੇ ਉਹਨਾਂ ਦੀਆਂ ਧੱਜੀਆਂ ਉੱਡਦੀਆਂ ਨੇ। ਤਾਂ ਤੁਸੀਂ ਕਹਿ ਲਓ ਵੀ ਜਿਹੜੇ ਵਿਚਾਰੇ ਇਨੋਸੈਂਟ ਲੋਕ, ਜਿਹੜੇ ਦੇਖੋ ਤੁਹਾਡੇ ਨਾਲ ਮੈਂ ਅੱਜ ਇੱਕ ਗੱਲ ਨਾਲ ਬਹੁਤ ਮੈਂ ਸਹਿਮਤ ਹੋਇਆ ਕਿ ਇਹ ਬੜੇ ਰਿਸਪੈਕਟੇਬਲ ਨੇ ਸਾਡੇ ਜੁਐਲਰ ਐਸੋਸੀਏਸ਼ਨ ਵਾਲੇ। ਜੇਕਰ ਪੁਲਿਸ ਇਹਨਾਂ ਦੀ ਗੱਲ ਸੁਣਦੀ ਹੋਵੇ ਤਾਂ ਦੇਖੋ ਜਦੋਂ ਕੋਰਟ 'ਤੇ ਜਾਣਾ, ਕੋਰਟ ਦੀਆਂ ਵੀ ਤਾਂ ਕੋਰਟ 'ਚ ਉਦੋਂ ਜਾਂਦਾ ਜਦੋਂ ਪੁਲਿਸ ਉਹਨਾਂ ਦੀ ਗੱਲਬਾਤ ਬਿਲਕੁਲ ਸੁਣਦੀ ਨਹੀਂ। ਪੁਲਿਸ ਤੁਸੀਂ ਕਹ ਲਓ ਵੀ ਉਹਨਾਂ ਨੂੰ ਘਸਾ ਦਿੰਦੀ ਹੈ, ਪੰਜਾਬੀ 'ਚ ਕਹ ਲਓ, ਉਦੋਂ ਜਾ ਕੇ ਕੋਰਟਾਂ ਦੇ ਜਿਹੜੇ ਦਰਵਾਜ਼ੇ ਨੇ ਖੜਕਾਏ ਜਾਂਦੇ ਨੇ। ਸੋ ਮੈਂ ਗੱਲ ਕਹਿਣੀ ਚਾਹੁੰਦਾ ਕਿ ਸਾਡੀਆਂ ਜਿਹੜੀਆਂ ਨੇਬਰਿੰਗ ਸਟੇਟਸ ਨੇ ਸਰ, ਉੱਥੇ ਕਲੀਅਰ ਕੱਟ ਇੰਸਟਰਕਸ਼ਨਸ ਨੇ। ਇਕਨੋਮਿਕ ਵਿੰਗ ਜਿਹੜੇ ਸਭ ਤੋਂ ਵੱਡੇ ਧੋਖਾਧੜੀ ਦੇ ਕੇਸ ਨੇ ਉਹ ਈਓ ਵਿੰਗ ਐਸਟੈਬਲਿਸ਼ ਹੋਏ ਨੇ। ਕਿਉਂ ਨਹੀਂ ਇਹ ਮੈਟਰ ਈਓ ਵਿੰਗ ਨੂੰ ਦਿੱਤਾ ਗਿਆ? ਔਰ ਇੱਕ ਚੀਜ਼ ਹੋਰ, ਹੁਣ ਕੀ ਕੀਤਾ, ਇੱਕ ਸਿੰਪਲ ਇੱਕ ਸੈਕਸ਼ਨ 5 ਦੇ ਥੱਲੇ ਇੱਕ FIR ਦੇਤਾ ਜਿਹਦੇ 'ਚ ਜਿਹੜੇ ਮੇਨ ਮਗਰਮੱਛ ਸੀਗੇ, ਜਿਵੇਂ ਅਸੀਂ ਜਿਨ੍ਹਾਂ ਦਾ ਨਾਮ ਲਿਖਾਈ ਸਨ, ਉਹਨਾਂ ਨੂੰ ਫੇਰ ਪੁਲਿਸ ਨੇ ਸ਼ੀਲਡ ਕੀਤਾ। FIR ਕਿਹਨਾਂ ਦੇ ਅਗੇਂਸਟ ਦਿੱਤੀ ਹੈ? 5 ਬੰਦੇ ਨੇ, 2 ਬੰਦੇ ਉਹ ਨੇ ਜਿਨ੍ਹਾਂ ਦੇ ਅਗੇਂਸਟ ਸਾਡੀ ਕੋਈ ਐਪਲੀਕੇਸ਼ਨ ਹੀ ਨਹੀਂ। ਸੋ ਸਾਡਾ ਕਹਿਣ ਤੋਂ ਭਾਵ ਸਿਰਫ ਕੀ ਹੈ ਵੀ ਐਟਲੀਸਟ ਪੁਲਿਸ ਜੇਕਰ ਪ੍ਰੋਫੀਸ਼ੈਂਸੀ ਨਾਲ ਜਾਂ ਤੁਸੀਂ ਕਹ ਲਓ ਓਨੈਸਟੀ ਨਾਲ ਜੇਕਰ ਕੰਮ ਕਰੇ ਤਾਂ ਸਾਨੂੰ ਮਾਣਯੋਗ ਕੋਰਟਾਂ ਦੇ ਜਾ ਕੇ ਦਰਵਾਜ਼ੇ ਨਾ ਖੜਕਾਣੇ ਪੈਣ। ਤੇ ਉੱਪਰੋਂ ਮਾਣਯੋਗ ਕੋਰਟ ਦਾ ਆਰਡਰ ਕੀ ਪਹਿਲਾਂ ਵਕੀਲ ਸਾਹਿਬ ਕਹਿ ਕੇ ਬੈਠੇ ਨੇ ਕਿ ਇਹਨੂੰ ਡਿਸਾਈਡ ਕਰੋ, ਇਹਨੂੰ ਨਿਪਟਾਰਾ ਕਰੋ ਇਨ ਅਕੋਰਡੈਂਸ ਵਿਦ ਲਾ। ਤਾਂ ਫਿਰ ਤਾਂ ਐਟਲੀਸਟ ਹਾਈ ਕੋਰਟ ਦੇ ਹੁਕਮ ਦੀ ਤਾਂ ਤਮੀਲ ਕੀਤੀ ਜਾਵੇ, ਉਹਦੇ ਮੁਤਾਬਕ ਰੈਲੇਵੈਂਟ ਸੈਕਸ਼ਨਾਂ ਮੁਤਾਬਕ ਕਿਉਂ ਨਹੀਂ FIR ਦਿੰਦੇ। ਬਿਲਕੁਲ, ਕਿਉਂਕਿ ਅਜਿਹੇ ਮਾਮਲਿਆਂ ਤੋਂ ਬਾਅਦ ਪੁਲਿਸ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿੱਚ ਆਉਂਦੀ ਹੈ ਕਿ ਪੁਲਿਸ ਜਿਹੜੇ ਗਲਤ ਕੰਮ ਕਰਨ ਵਾਲੇ ਨੇ, ਚੋਰ ਨੇ, ਠੱਗ ਨੇ, ਉਹਨਾਂ ਦੀ ਰੱਖਿਆ ਲਈ ਬਣੀ ਹੈ ਜਾਂ ਫਿਰ ਆਮ ਲੋਕਾਂ ਦੀ ਸੁਰੱਖਿਆ ਲਈ ਬਣੀ ਹੈ? ਸਰ ਸਾਡੇ ਨਾਲ ਖੜੇ ਨੇ, ਤੁਹਾਡੇ ਕੋਲ ਮੈਂ ਜੀ ਤੁਸੀਂ ਇੱਕ ਚੀਜ਼ ਮੈਂ ਜਾਂਦੀ ਨਾ ਤੁਹਾਨੂੰ ਡਾਕਟਰ ਸਾਹਿਬ ਦੱਸਣੀ ਚਾਹੂੰਗਾ। ਸਾਡੇ ਕੋਲ ਸਰ ਕੋਈ ਕਲਾਇੰਟ ਆਉਂਦਾ ਨਾ ਤਾਂ ਸਿਰਫ ਇੱਕੋ ਗੱਲ ਕਹੀ ਜਾਂਦੀ ਹੈ ਵੀ ਬ੍ਰਦਰ ਪੁੱਛਦਾ ਵੀ ਇਨਸਾਫ। ਮੈਂ ਕਹਿੰਦਾ ਵੀ ਟਰਸਟ ਔਨ ਯੋਰ ਲਾਇਰ, ਤੋਂ ਆਪਣੇ ਵਕੀਲ ਤੇ ਵਿਸ਼ਵਾਸ ਕਰ। ਡਾਕਟਰ ਕੋਲ ਜਾਂਦੇ ਆ ਭਾਜੀ, ਉਹ ਗੁਲਾਬੀ ਗੋਲੀ, ਹਰੀ ਗੋਲੀ, ਚਿੱਟੀ ਗੋਲੀ ਦੇ ਦਿੰਦਾ। ਆਪਾਂ ਕਦੀ, ਮੈਨੂੰ ਲੱਗਦਾ ਨਾ ਤੁਸੀਂ ਨਾ ਮੈਂ ਕਦੀ, ਆਪਾਂ ਪੱਤੇ ਨਹੀਂ ਕਦੀ ਦੇਖੇ, ਆਪਾਂ ਐਜ਼ ਇਟ ਇਜ਼ ਖਾ ਲੈਂਦੇ ਆ। ਉੱਦਾਂ ਹੀ ਸਾਡੇ ਜੁਐਲਰਸ ਨੇ, ਜਦੋਂ ਇਹ ਸਾਨੂੰ, ਮੈਨੂੰ ਜਦ ਤੱਕ ਬ੍ਰਦਰ ਨੂੰ ਵੀ ਪਤਾ, ਤੁਸੀਂ ਵੀ ਹੋ, ਕਦੀ ਆਪਣੀਆਂ ਮਾਵਾਂ ਨੇ, ਅਸੀਂ ਤਾਂ ਚਲੋ 골ਡ ਬੰਦੇ ਘੱਟ ਖਰੀਦਦੇ ਆ, ਘਰਾਂ 'ਚ ਲੇਡੀਜ਼ ਖਰੀਦੀਆਂ ਨੇ, ਮੈਨੂੰ ਨਹੀਂ ਲੱਗਦਾ ਵੀ ਅਸੀਂ ਕਦੀ ਪਿਓਰਟੀ ਚੈੱਕ ਕਰਾਉਣ ਲਈ ਕਦੀ ਖੰਨੇ ਗਏ ਆ ਜਾਂ ਜਲੰਧਰ ਗਏ ਆ। ਹੁਣ ਕਰਾਣੀ ਪੈਣੀ ਹੈ। ਹੁਣ ਦੇਖੋ ਆਹ ਸਿਸਟਮ ਤੋਂ ਬਾਅਦ ਤਾਂ ਮੈਂ ਤਾਂ ਦੇਖੋ ਸਾਰਿਆਂ ਨੂੰ ਇਹੀ ਕਹੂੰਗਾ ਵੀ ਭਾਈ ਪਿਓਰਟੀ ਜਿਹੜੀ ਉਹ ਚੈੱਕ ਕਰਾਓ। ਪਰ ਹਾਂ, 5 ਉਂਗਲਾਂ ਬਰਾਬਰ ਵੀ ਨਹੀਂ। ਜੇ ਇੱਕ ਅੱਧੀ ਉਂਗਲੀ ਵਿੱਚ ਇਦਾਂ ਦੀ ਆ ਤਾਂ ਆਪਾਂ ਸਾਰੀ ਐਸੋਸੀਏਸ਼ਨ ਨੂੰ ਵੀ ਅਸੀਂ ਇਹ ਨਹੀਂ ਕਹਿ ਸਕਦੇ ਵੀ ਸਾਰੀ ਇਦਾਂ ਦੇ ਲੋਕ ਨੇ। ਪਰ ਇਹਦੇ ਨਾਲ ਜਿੱਦਾਂ ਇਹ ਵਰਿਡ ਸਨ 2019 ਤੋਂ ਵੀ ਚਿੱਕੜ ਸਾਡੇ ਤੇ ਵੀ ਡਿੱਗ ਰਿਹਾ, ਤਾਂ ਡੈਫੀਨੇਟਲੀ ਜਦੋਂ ਦੇਖੋ ਇੱਕ ਐਸੋਸੀਏਸ਼ਨ ਦੇ ਕੁਝ ਬੰਦੇ ਕੰਮ ਗਲਤ ਕਰਨਗੇ ਤਾਂ ਉਹ ਚਿੱਕੜ ਤਾਂ ਸਾਰਿਆਂ 'ਤੇ ਹੀ ਡਿੱਗਣਾ। ਭਾਜੀ ਨੇ ਚਿੱਕੜ ਦੀ ਗੱਲ ਕੀਤੀ ਹੈ। ਕੁਝ ਲੋਕਾਂ ਨੇ ਮਿਲ ਕੇ ਸ਼ੁਰੂ ਕਿੱਟੀ ਕੀਤੀ ਤੇ ਉਸ ਕਿੱਟੀ ਨੇ ਕਈਆਂ ਦੇ ਕਰੋੜਾਂ ਰੁਪਏ ਤੇ ਇੱਜ਼ਤ ਮਿੱਟੀ ਕੀਤੀ, ਕਿਉਂਕਿ ਇਹਨਾਂ ਦੀ ਇੱਜ਼ਤ ਹੁਣ ਮਿੱਟੀ ਹੋਈ ਹੈ। ਇਸ ਕਰਕੇ ਇਹ ਥੱਕ ਹਾਰ ਕੇ ਕੋਰਟ ਦੇ ਵੱਲ ਗਏ ਨੇ। ਸਰ ਵਾਕਈ ਹਰ ਪੀਲੀ ਚੀਜ਼ ਸੋਨਾ ਨਹੀਂ ਹੁੰਦੀ? ਕੀ ਚੀਜ਼? ਹਰ ਪੀਲੀ ਚੀਜ਼ ਸੋਨਾ ਨਹੀਂ ਹੁੰਦੀ। ਨਹੀਂ, ਸੋਨਾ ਹੁੰਦਾ ਪਰ ਸੋਨੇ ਨੂੰ ਚੈੱਕ ਕਰਾਉਣਾ ਜ਼ਰੂਰੀ ਹੁੰਦਾ। ਨਹੀਂ, ਜਿਹੜਾ ਉਹ ਦੇ ਰਹੇ ਸੀ ਉਹ ਸੋਨਾ ਸੀ ਜਾਂ ਉਹ ਪੀਲੀ ਚੀਜ਼ ਸੀ? ਧਾਤੂ ਸੀ? ਸੋਨਾ ਹੀ ਸੀ। ਚਲੋ ਗੱਲ ਤਾਂ ਕਿੱਟੀਆਂ ਤੇ ਚੱਲਦੀ ਆ। ਕਿੱਟੀਆਂ ਰਾਹੀਂ ਇਹ ਭਰਮਾ ਕੇ ਲੋਕਾਂ ਨੂੰ ਲਾਲਚ ਦੇ ਕੇ ਲੋਕਾਂ ਦੀ ਕਲੈਕਸ਼ਨ ਇਕੱਠੀ ਕਰਦੇ ਨੇ। ਜੇ ਕਿਸੇ ਦੇ ਵਿਚਾਰੇ ਨੇ 20,000 ਰੁਪਇਆ 20 ਮਹੀਨਾ ਜਮ੍ਹਾਂ ਕਰਾਇਆ ਤਾਂ ਉਹਦੇ ਤੇ ਐਸੇ ਚਾਰਜ ਲੱਗਦੇ ਨੇ ਕਿ ਉਹਨਾਂ ਦੇ ਪੱਲੇ 14 ਤੋਂ 15,000 ਰੁਪਏ ਪੈਂਦਾ। ਠੀਕ ਹੈ ਨਾ ਜੀ? ਇਹ ਜਿੰਨੇ ਸਾਰੇ ਪੈਸੇ ਨੇ ਇਸ ਤਰੀਕੇ ਦੇ ਨਾਲ ਅੱਗੋਂ ਦੇ ਅੱਗੇ ਚੱਲੀ ਜਾਂਦੇ ਨੇ, ਜਿਹਦੇ ਨਾਲ ਭੋਲੇ ਭਾਲੇ ਲੋਕਾਂ ਦਾ ਬੜਾ ਭਾਰੀ ਨੁਕਸਾਨ ਹੁੰਦਾ। ਇਸ ਦੇ ਨਾਲ ਹੀ GST, ਇਨਕਮ ਟੈਕਸ, ਇਹ ਸਾਰੇ ਜਿਹੜੇ ਖਰਚੇ ਨੇ ਜਾਂ ਜਿਹੜੀ ਇਨਕਮ ਆਫ ਸੋਰਸ ਗਵਰਨਮੈਂਟ ਦਾ, ਉਹ ਸਾਰੇ ਉਹਨਾਂ ਨੂੰ ਪੂਰਾ ਨਹੀਂ ਪਹੁੰਚਦਾ। ਅਗਰ ਇਹਨੂੰ ਪੂਰਾ ਤਹਿਕੀਕਾਤ ਕੀਤਾ ਜਾਏ, ਹੁਣ ਤੱਕ ਦੇ ਇਹਨਾਂ ਦੇ ਰਿਕਾਰਡ ਚੱਕੇ ਜਾਣ ਤਾਂ ਕੁਝ ਵੀ ਨਹੀਂ ਮਿਲੇਗਾ। ਸਰਕਾਰੀ ਖਜ਼ਾਨੇ ਨੂੰ ਵੀ ਚੂਨਾ ਲੱਗਦਾ। ਬੜਾ ਭਾਰੀ ਚੋਟ ਲੱਗੀ ਹੈ। ਦੂਸਰੀ ਹੁਣ ਤਾਜ਼ੀ ਘਟਨਾ ਆਪਾਂ ਇਸ ਗੱਲ ਨੂੰ ਲੈਂਦੇ ਆ ਕਿ ਲੋਕਾਂ ਦੇ ਮੰਨ ਲਓ 20,000 ਰੁਪਏ ਜਮ੍ਹਾਂ ਸਨ, ਲੋਕਡਾਊਨ ਲੱਗ ਗਿਆ, ਉਹ ਪੈਸੇ ਲੈਣ ਗਏ ਉਹਨਾਂ ਦੇ ਕੋਲ, ਉਹਨਾਂ ਦੇ ਇੱਕ ਦਾ ਫਿੜਾ ਉਹਨੇ ਕੋਲ ਪਿਆ, ਉਹਦੇ 'ਚ ਲਿਖਿਆ ਕਿ ਆ ਮੇਰੀ ਰਸੀਦ ਹੈ, ਤੁਸੀਂ 골ਡ ਨਹੀਂ ਲੈਣਾ, ਮੰਨ ਲਓ ਉਹਨੇ ਲਾਸ ਲੱਗਦਾ ਤੇ ਆਪਣੇ ਪੈਸੇ ਲਿਜਾ ਸਕਦੇ ਹੋ। ਲੇਕਿਨ ਪੈਸੇ ਲੈਣ ਗਿਆ ਤੇ ਮੋਹਰ ਲਾਤ ਦੀ 골ਡ ਦੇਵਾਂਗੇ। ਹੁਣ 골ਡ ਉਹ ਕਹਿੰਦਾ ਮੈਂ ਲੈਣਾ ਨਹੀਂ, ਮੈਨੂੰ ਪੈਸੇ ਚਾਹੀਦੇ ਨੇ। ਉਹਦੇ ਬਦਲੇ ਉਸ ਨੂੰ ਉਸ ਵੇਲੇ 29 ਤੋਂ 30,000 ਦਾ ਭਾਅ ਸੀ ਲੋਕਡਾਊਨ ਤੋਂ ਪਹਿਲਾਂ, ਉਹ ਰੱਖਦਾ ਪਿਆ, ਅਜੇ ਤੱਕ ਉਹਨੂੰ ਪੈਸੇ ਨਹੀਂ ਮਿਲੇ ਤੇ ਉਹਨੂੰ 50,000 ਨੂੰ ਕੀ ਮਿਲੇਗਾ? ਨਹੀਂ, ਜਦੋਂ ਬੰਦਾ ਕਹਿ ਰਿਹਾ ਮੈਂ ਪੈਸੇ ਲੈਣੇ ਆ, ਨਕਦੀ ਲੈਣੀ ਹੈ, ਮੈਂ 골ਡ ਨਹੀਂ ਲੈਣਾ, ਉਹ ਜ਼ਬਰਦਸਤੀ 골ਡ ਕਿਉਂ ਦੇ ਰਹੇ ਨੇ? ਉਹ ਦੇ ਰਹੇ ਨੇ, ਉਹਨਾਂ ਦੀ ਥਿਊਰੀ ਹੈ ਕਿ ਉੱਤੇ ਮੋਹਰ ਲਾ ਲੈਂਦੇ ਨੇ, ਜਾਂ ਤਾਂ ਪ੍ਰਿੰਟ ਕਰਾਉਂਦੇ ਪਹਿਲਾਂ ਉਹਦੇ ਵਿੱਚ, ਵੀ ਪ੍ਰਿੰਟ ਬਾਅਦ 'ਚ ਮੋਹਰ ਲਾਤੀ, ਅਸੀਂ ਤਾਂ ਜੀ 골ਡ ਦਿੰਦੇ ਹਾਂ। ਤਾਂ ਇਹਦੇ ਨਾਲ ਕੀ ਹੈ, ਨੁਕਸਾਨ ਕਿੰਨਾ, ਉਹਦਾ ਰੈਵਨਿਊ ਕਿੰਨਾ ਸਰਕਾਰ ਦਾ ਗਿਆ। 골ਡ ਵੀ ਉਹ ਦਿੰਦੇ ਨੇ ਜਿਹੜਾ ਅਨਪਿਓਰ ਹੁੰਦਾ? ਨਹੀਂ, ਉਹ ਤਾਂ ਜੁਐਲਰੀ ਦਿੰਦੇ ਨੇ। ਹਾਂ, ਉਹ ਤਾਂ ਜੁਐਲਰੀ ਦਿੰਦੇ ਨੇ। ਲੇਕਿਨ ਸਵਾਲ ਮੇਰਾ ਇਸ ਗੱਲ ਦਾ ਆਉਂਦਾ ਕਿ ਜੇ ਅੱਜ ਦੇਖਿਆ ਜਾਏ ਤੇ ਮੰਨ ਲਓ 2 ਜਾਂ 3 ਜਾਂ 4 ਕਰੋੜ ਦੀ ਸਾਡੇ ਕੋਲ ਲੋਕਾਂ ਦੀ ਕਲੈਕਸ਼ਨ ਇਕੱਠੀ ਪਈ ਹੈ, ਤਾਂ ਉਹਨਾਂ ਦਾ ਜਿਹੜਾ 골ਡ ਹੈ ਉਹ 29 ਤੋਂ 30,000 ਦੀ ਅਮਾਊਂਟ ਦਾ ਸਾਡੇ ਕੋਲ ਪਿਆ ਸੀ, ਅੱਜ ਉਹ 55,000 ਦਾ ਹੋ ਗਿਆ। ਇਹਦਾ ਕੋਈ ਟੈਕਸ ਗਵਰਨਮੈਂਟ ਨੂੰ ਗਿਆ?
ਇਹਦੀ ਕਿੰਨੀ ਧੋਖਾਧੜੀ ਹੋਈ ਹੈ, ਸਰਕਾਰ ਨਾਲ ਕਿੰਨਾ ਵੱਡਾ ਧੱਕਾ ਲੱਗਿਆ, ਐਸੀਆਂ ਹਰਕਤਾਂ। ਦੂਸਰਾ, ਲਾਲਚ ਇਹ ਦੇਣਾ ਹੈ ਕਿ ਇਸ਼ਤਿਹਾਰਾਂ ਰਾਹੀਂ, ਪੋਸਟਰਾਂ ਰਾਹੀਂ, ਕਿ ਕੋਈ ਲੇਬਰ ਨਹੀਂ ਲੈਣੀ, ਕੋਈ ਪਾਲਿਸ਼ ਨਹੀਂ ਲੈਣੀ, ਕੋਈ ਘਾਟ ਨਹੀਂ ਲੈਣੀ। ਸਵਾਲ ਮੇਰਾ ਫਿਰ ਉੱਥੇ ਆਦਾ, ਤੁਹਾਨੂੰ ਕਾਰ ਵੀ ਦੇਣੀ ਹੈ, ਦਵਾਈ ਦੀ ਸੈਰ ਵੀ ਕਰਾਉਣੀ ਹੈ। ਇਹ ਗੱਲ ਮੈਂ ਐਸਪੀ ਸਾਹਿਬ ਨੂੰ ਕਹੀ ਸੀ। ਤਾਂ ਜਦੋਂ ਇਹ ਚਾਰੋਂ ਚੀਜ਼ਾਂ ਆਪਾਂ ਨੇ ਕਰਾਉਣੀਆਂ ਨੇ, ਲੇਬਰ ਵੀ ਨਹੀਂ ਲੈਣੀ, ਪਾਲਿਸ਼ ਵੀ ਨਹੀਂ ਲੈਣੀ, ਜੋ ਇੱਕ ਪ੍ਰਫੰਡਾ ਹੈ ਜੋਲੀ ਦਾ ਚਾਰਜ ਦਾ, ਤਾਂ ਫਿਰ ਆਪਾਂ ਕਿੱਥੋਂ ਦੇਵਾਂਗੇ? ਅਸੀਂ ਕੋਈ ਨਾ ਗਲਤ ਕੰਮ ਕਰਾਂਗੇ। ਸਰ ਲੋਕਾਂ ਨੂੰ ਇਹ ਗੱਲ ਸਮਝ ਕਿਉਂ ਨਹੀਂ ਆਉਂਦੀ? ਕਿਉਂਕਿ ਬੀਬੀਆਂ ਬਹੁਤ ਸਾਰੀਆਂ ਕਿੱਟੀਆਂ ਜਿਹੜੀਆਂ ਨੇ ਬੀਬੀਆਂ ਪਾਉਂਦੀਆਂ ਨੇ। ਕਾਰਨ ਇਹ ਹੈ ਕਿ ਦੁਕਾਨਾਂ ਦੇ ਉੱਤੇ ਇਸ ਟਾਈਪ ਦਾ ਪ੍ਰਚਾਰ ਉਹ ਕਰਦੇ ਨੇ, ਜਿਹਦੇ ਨਾਲ ਭੋਲੇ ਭਾਲੇ ਲੋਕ ਝਾਂਸੇ 'ਚ ਆ ਜਾਂਦੇ ਨੇ, ਲਾਲਚ 'ਚ ਆ ਜਾਂਦੇ ਨੇ। ਹੁਣ ਪੌਂਜੀ ਸਕੀਮ ਦੇ ਨਾਂ ਤੇ ਆਉਂਦਾ 470 ਕਰੋੜ ਰੁਪਈਆ ਜਿਹੜਾ, ਜਾਂ ਲਗਭਗ ਜਿੰਨਾ ਵੀ ਮਿਨੀਮਮ ਕਹਿ ਸਕਦੇ ਹਾਂ, ਜਲੰਧਰ ਲੈ ਕੇ ਨਿਕਲ ਗਏ, ਉਹ ਵੀ ਇੱਕ ਪੌਂਜੀ ਸਕੀਮ ਸੀ। ਨੰਬਰ 2, ਗੁੜਗਾਵਾਂ ਦੇ ਵਿੱਚ ਮੇਰੇ ਕੋਲ ਸੀੜੀਆਂ ਨੇ, ਤੁਸੀਂ ਦੇਖ ਲਓ, ਰੋ ਰਹੇ ਨੇ ਲੋਕ, ਤੁਹਾਡਾ ਮੀਡੀਆ ਦੇਖ ਰਿਹਾ, ਉਹ 1.5-2 ਕਰੋੜ ਰੁਪਈਆ ਨਹੀਂ, 4-5 ਕਰੋੜ ਰੁਪਈਆ ਲੈ ਕੇ ਨਿਕਲ ਗਿਆ। ਲੇਕਿਨ ਲੋਕ ਤਾਂ ਪਿੱਛੇ ਫੇਰੇ ਨੇ, FIR ਉਹਨਾਂ ਤੇ ਹੋਣੇ, ਉਹਨੇ ਮੈਂ ਕਾਪੀ ਨਾਲ ਲਾਈ ਹੈ। ਤੇ ਇਹਨਾਂ ਨੇ ਕਿੰਨਾ ਕੁ ਚੂਨਾ ਲਾਇਆ ਹੋਣਾ ਜੀ? ਕਿਤੇ ਕਰੋੜਾਂ ਰੁਪਏ ਦਾ ਮੋਟਾ ਰੈਵਨਿਊ ਹੈ, ਮੋਟੇ ਮੈਂਬਰ ਨੇ, 1000 2-2000 ਮੈਂਬਰ ਨੇ। ਘੁੰਮਣ ਸਾਹਿਬ ਕਹਿ ਰਹੇ ਸੀ ਵੀ ਪੋਲੀਟੀਕਲੀ ਵੀ ਮੈਨੇਜ ਕੀਤਾ ਹੋਇਆ ਹੈ। ਉਹ ਕਿਵੇਂ ਕੀਤਾ ਹੋਇਆ ਮੈਨੇਜ? ਅਸੀਂ ਰੇਤਾ ਬਜਰੀ ਦਾ ਸੁਣਿਆ ਸੀ ਬਈ ਰੇਤੇ ਬਜਰੀ ਜੋ ਜਿਹੜੇ ਸਿਆਸੀ ਬੰਦੇ ਨੇ ਉਹ ਖਾਂਦੇ ਨੇ ਪੈਸਾ। ਉਹਦੇ 'ਚ ਗੱਲ ਇਹ ਹੈ ਵੀ ਜਦੋਂ ਅਸੀਂ ਕੰਪਲੇਂਟ ਕੀਤੀ, ਇਨਸਾਫ ਦੀ ਮੰਗ ਪ੍ਰਸ਼ਾਸਨ ਤੋਂ ਕੀਤੀ ਜਾਂਦੀ ਹੈ। ਪ੍ਰਸ਼ਾਸਨ ਤੋਂ ਪਹਿਲਾਂ ਐਸੋਸੀਏਸ਼ਨ ਦੇ ਕੋਲ ਕੋਈ ਨਾ ਕੋਈ ਕਲਾਇੰਟ ਆਉਂਦਾ ਵੀ ਮੇਰੇ ਨਾਲ ਆਹ ਧੱਕਾ ਹੋਇਆ ਜੀ, ਪਹਿਲਾਂ ਤੇ ਅਸੀਂ ਉਹਨੂੰ ਸਮਝਾਵਾਂਗੇ। ਅਸੀਂ ਇਹਨਾਂ ਨੂੰ ਸਮਝਾਇਆ ਵੀ ਹੈ, 2 ਤੋਂ 3 ਵਾਰੀ ਮੈਂ ਇਹਨਾਂ ਦਾ ਬਿਜ਼ਨਸ ਬਾਈਕਾਟ ਵੀ ਕੀਤਾ। ਉਹਨਾਂ ਦੇ ਐਫੀਡੇਵਿਟ ਮੇਰੇ ਕੋਲ ਪਏ ਨੇ ਔਰ ਇਹ ਫਾਈਲ 'ਚ ਲੱਗੇ ਨੇ, ਜਿਹਦੇ 'ਚ ਮਾਫੀਨਾਮੇ ਵੀ ਲਿਖੇ ਨੇ ਕਿ ਦੁਬਾਰਾ ਅਸੀਂ ਇਸ ਤਰ੍ਹਾਂ ਨਹੀਂ ਕਰਾਂਗੇ। ਉਹਨਾਂ ਨੇ ਮੰਨਿਆ ਕਿ ਅਸੀਂ ਕੀਤੀ ਗਲਤੀ। ਹਾਂ, ਨਹੀਂ ਕਰਦੇ ਨੇ ਕਿੱਟੀਆਂ, ਉਸ ਤੋਂ ਬਾਅਦ ਬੰਦ ਕਰਤੀਆਂ। ਹੁਣ 2019 'ਚ ਕਾਨੂੰਨ ਬਣ ਗਿਆ, ਚਿੱਟ ਫੰਡ ਸਕੀਮ ਬਣ ਗਈ, ਬੰਦ ਹੋਏਗੀ, ਤੁਸੀਂ ਕਲੈਕਸ਼ਨ ਨਹੀਂ ਲੈ ਸਕਦੇ। ਇਹ ਪੌਂਜੀ ਸਕੀਮ ਦੇ ਅੰਡਰ ਆਉਂਦਾ, ਜਾਂ ਬਿਜ਼ਨਸ ਪ੍ਰਮੋਸ਼ਨ ਜਿਹੜੀ ਹੈ ਵੀ ਉਹਦੇ ਅੰਦਰ ਆਉਂਦਾ। ਸਵਾਲ ਗੌਰਮੈਂਟ ਇਹ ਕਰਦੀ ਹੈ ਕਿ ਤੁਸੀਂ ਅਗਰ ਬੈਂਕ ਤੋਂ ਕੋਈ ਸਪੋਰਟ ਨਹੀਂ ਲਈ, ਮੀਨਸ ਆਪਾਂ ਲਿਮਿਟ ਕਹਿੰਦੇ ਆ, ਤਾਂ ਫਿਰ ਤੁਸੀਂ ਪੌਂਜੀ ਜਿਹੜੀ ਕਰ ਸਕਦੇ ਹੋ। ਤੇ ਤੁਹਾਡੇ ਪ੍ਰਾਪਰਟੀ ਪਈ ਹੈ ਬੈਂਕ ਕੋਲ, ਪਬਲਿਕ ਦਾ ਪੈਸਾ ਇੱਕ ਚਿੱਟ ਰਾਹੀਂ ਤੁਸੀਂ ਉਹਨੂੰ ਪੈਸੇ ਦੀ ਪਰਚੀ ਬਣਾ ਕੇ ਦੇ ਦਿੱਤੀ, ਉਹਦੀ ਸੇਫਟੀ ਕੀ ਹੈ ਜੀ? ਜਿਹੜੇ ਲੋਕ ਦੌੜ ਜਾਂਦੇ ਨੇ ਤਾਂ ਹੀ ਪਿੱਛੇ ਗਾਹਕ ਹੁੰਦੇ ਨੇ, ਜਿਹੜੇ ਕਸਟਮਰ ਨੇ ਵਿੱਚ ਕਲਾਇੰਟ ਹੁੰਦੇ ਨੇ। ਉਹਦੇ ਕਾਰਨ ਆ ਹੈ, ਅਗਰ ਗਵਰਨਮੈਂਟ ਸੋਚੇ ਕਿ ਗਵਰਨਮੈਂਟ ਨੇ ਕਾਨੂੰਨ ਵੀ ਬਣਾਇਆ IB ਨੇ ਕਿ ਤੁਸੀਂ 70% ਇਹਦਾ ਪੈਸਾ ਜਮ੍ਹਾਂ ਕਰਾਓ ਬੈਂਕ ਦੇ ਵਿੱਚ। ਲੇਕਿਨ ਜੇ ਅੱਜ ਜਾ ਕੇ ਕਿਸ ਦਾ ਵੀ ਦੇਖ ਲਓ ਵੀ ਜਿੰਨੀ ਕਲੈਕਸ਼ਨ ਹੋਈ ਹੈ, ਕੀ ਉਹਦਾ ਪੈਸਾ ਕੋਈ ਜਮ੍ਹਾਂ? ਸਰਕਾਰ ਨੂੰ ਮੈਂ ਸਾਹਿਬ ਨੂੰ, ਜੋ ਸਾਡਾ ਪ੍ਰਸ਼ਾਸਨ ਹੈ, ਮੈਂ ਪੂਰੀ 1 to all ਡਿਟੇਲ ਦਿੱਤੀ ਹੈ। ਅੱਗੋਂ ਆ ਗਿਆ ਪ੍ਰੈਸ਼ਰ। ਜਦੋਂ ਵੀ ਉਹਨਾਂ ਦੇ ਕੋਲੋਂ ਮੰਗ ਕੀਤੀ ਕਿ ਸਰ ਸਮਾਂ ਕਿੰਨਾ ਹੋ ਗਿਆ, ਅਸੀਂ ਸੀਨੀਅਰ ਸਿਟੀਜ਼ਨ ਹਾਂ, ਮੇਰਾ ਰੁਤਬਾ ਪੰਜਾਬ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦਾ, ਫਤਿਹਗੜ੍ਹ ਦਾ ਮੈਂ 24-25 ਸਾਲ ਤੋਂ ਪ੍ਰਧਾਨ ਹਾਂ, ਵੀ ਬਾਰ-ਬਾਰ ਅਸੀਂ ਤੁਹਾਡੇ ਕੋਲ ਆਉਂਦੇ ਹਾਂ, ਪੌੜੀਆਂ ਚੜ੍ਹਦੇ ਹਾਂ, ਬਹਿ ਕੇ ਟੁਰ ਜਾਂਦੇ ਹਾਂ। ਤਾਂ ਉਹਨਾਂ ਨੇ ਇਸ ਗੱਲ ਨੂੰ ਧਿਆਨ ਨਹੀਂ ਦਿੱਤਾ, ਕਹਿੰਦੇ ਸਾਡੇ ਤੇ ਨੱਕ ਤੱਕ ਪ੍ਰੈਸ਼ਰ ਆਇਆ। ਹੁਣ ਪ੍ਰੈਸ਼ਰ ਕਿਹੜਾ ਉਹੀ ਜਾਣਦੇ ਨੇ, ਮੈਂ ਇਹਨੂੰ ਕੁਝ ਨਹੀਂ ਕਹਿ ਸਕਦਾ। ਲੇਕਿਨ ਮੇਨਲੀ ਸਾਡੇ ਜੇ ਉੱਥੇ ਮੌਜੂਦਾ ਪ੍ਰਧਾਨ ਨੇ ਰੂਲਿੰਗ ਪਾਰਟੀ ਦੇ, ਤੇ ਉਹਨਾਂ ਨਾਲ 2 MC ਨੇ, ਉਹਨਾਂ ਨੇ ਜ਼ਰੂਰਤ ਤੋਂ ਜ਼ਿਆਦਾ, ਹੱਦ ਤੋਂ ਵੱਧ ਸਾਨੂੰ ਇਸ ਨੂੰ ਰੋਕ ਲਾਈ ਹੈ। ਸਮਾਂ ਸਾਡਾ ਤਾਂ ਹੀ ਲੰਘਿਆ। ਔਰ ਦੂਸਰਾ, ਉਹਨਾਂ ਨੇ ਕਿਉਂ ਇਹਨਾਂ ਦੀ ਮਦਦ ਕੀਤੀ, ਸਿਰਫ ਉਹੀ ਜਾਣਦੇ ਨੇ। ਲੇਕਿਨ ਇਹਦੇ ਨਾਲ ਜਿਹੜੇ ਸਾਡੇ ਭੋਲੇ ਭਾਲੇ ਲੋਕ ਸਨ, ਉਹਨਾਂ ਦਾ ਬੜਾ ਭਾਰੀ ਨੁਕਸਾਨ ਹੋਇਆ। ਅਗਰ ਅੱਜ ਇਹਨਾਂ ਦੇ ਪੁਰਾਣੇ ਰਿਕਾਰਡ ਚੁੱਕੇ ਜਾਣ ਤਾਂ ਸਰਕਾਰ ਨੂੰ ਕਿੰਨਾ ਹੀ ਰੈਵਨਿਊ ਮਿਲੇਗਾ, ਜਿਹੜਾ ਕਿ ਧੋਖਾਧੜੀ ਰਾਹੀਂ ਖਾਧਾ ਗਿਆ। ਸਰ ਨੇ ਕਿਹਾ ਵੀ ਉਹਨਾਂ ਨੇ, ਅਫਸਰ ਕਹਿੰਦੇ ਨੇ ਵੀ ਨੱਕ ਤੱਕ ਸਾਡੇ ਪ੍ਰੈਸ਼ਰ ਹੈ। ਇੰਨਾ ਪ੍ਰੈਸ਼ਰ ਕਿਵੇਂ, ਕਿਹਦਾ ਹੋ ਸਕਦਾ? ਮੌਜੂਦਾ ਸਰਕਾਰ ਦਾ ਹੀ ਹੋ ਸਕਦਾ ਹੈ ਜੀ। ਐਂਟੀ ਪਾਰਟੀ ਦਾ ਤਾਂ ਮੰਨਦੇ ਨਹੀਂ ਕਿਸੇ ਦੀ ਗੱਲ। ਉਹ ਤਾਂ ਸ਼ਰੇਆਮ ਕਹਿ ਰਹੇ ਸੀ, ਜਿਨ੍ਹਾਂ ਅਫਸਰਾਂ ਕੋਲ ਅਸੀਂ ਜਾਂਦੇ ਸੀ, ਸਾਡੇ ਤੇ ਇੰਨਾ ਕੁ ਪ੍ਰੈਸ਼ਰ ਹੈ ਵੀ ਤੁਸੀਂ ਜਾ ਕੇ ਉਹਨਾਂ ਨਾਲ ਗੱਲ ਕਰ ਲਓ। ਉਹ ਕਹਿੰਦੇ ਅਸੀਂ ਤੁਹਾਡਾ ਕੰਪਰੋਮਾਈਜ਼ ਕਰਵਾ ਦਿੰਦੇ ਹਾਂ, ਤੁਹਾਡੀ ਗੱਲਬਾਤ ਕਰਵਾ ਦਿੰਦੇ ਹਾਂ। ਲੇਕਿਨ ਅਸੀਂ ਮੀਟਿੰਗਾਂ ਵੀ ਕੀਤੀਆਂ ਉਹਨਾਂ ਨਾਲ, ਲੇਕਿਨ ਸਾਡੇ ਪੱਲੇ ਕੁਛ ਪੁਲਿਸ ਵਾਲੇ ਕਹਿੰਦੇ ਵੀ ਕੰਪਰੋ ਕਰਾ ਦੇਣੇ ਜੀ ਨਹੀਂ। ਪੁਲਿਸ ਵਾਲੇ ਕਹਿੰਦੇ ਤੁਹਾਡੇ ਜਿਹੜੇ ਲੋਕਲ ਪੋਲੀਟੀਸ਼ੀਅਨ ਹੈ, ਉਹਨਾਂ ਕੋਲ ਜਾ ਕੇ ਤੁਸੀਂ ਉਹਨੂੰ ਆਪਣਾ ਗੱਲਬਾਤ ਦੱਸੋ, ਉਹ ਤੁਹਾਡਾ ਕੰਪਰੋਮਾਈਜ਼ ਕਰਵਾ ਦੇਣਗੇ। ਸਾਡੀਆਂ ਮੀਟਿੰਗਾਂ ਵੀ ਹੋਈਆਂ ਉਹਨਾਂ ਨਾਲ, ਲੇਕਿਨ ਸਾਡੇ ਪੱਲੇ ਕੁਝ ਨਹੀਂ ਪਿਆ। ਸਾਨੂੰ ਕਿਹਾ ਗਿਆ, ਲਾਰੇ ਲਾਏ ਗਏ, ਤੁਸੀਂ ਜਿਹੜੀ ਗੱਲ ਕਹਿੰਦੇ ਅਸੀਂ ਮਨਾ ਦਿੰਦੇ ਹਾਂ, ਤੁਸੀਂ ਕੁਝ ਥੋੜ੍ਹਾ ਬਹੁਤਾ ਤੁਸੀਂ ਥੱਲੇ ਹੋ ਜਾਓ, ਕੋਈ ਥੋੜ੍ਹਾ ਜਿਹਾ ਉਹਨਾਂ ਨੂੰ ਕਰ ਦਿੰਦੇ ਹਾਂ। ਇਸ ਕਰਕੇ ਇੱਥੋਂ ਸਾਫ਼ ਜ਼ਾਹਰ ਹੁੰਦਾ ਬਈ ਪੋਲੀਟੀਕਲ ਪ੍ਰੈਸ਼ਰ ਹੈ ਸੀ, ਅਤੇ ਜਿਸ ਕਰਕੇ ਸਾਡਾ ਕੰਮ ਤਕਰੀਬਨ 1.25 ਸਾਲ ਲੇਟ ਹੋਇਆ। ਹੁਣ ਸਾਨੂੰ ਮਾਣਯੋਗ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਸਾਨੂੰ ਥੋੜ੍ਹਾ ਜਿਹਾ ਇਨਸਾਫ ਜਾਗਿਆ, ਲੇਕਿਨ ਅਸੀਂ ਉੱਥੇ ਨਹੀਂ ਪਹੁੰਚ ਸਕੇ ਜਿੱਥੇ ਅਸੀਂ ਪਹੁੰਚਣਾ ਚਾਹੁੰਦੇ ਸੀ। ਅਸੀਂ ਫਿਰ ਆਪਣੇ ਵਕੀਲ ਸਾਹਿਬ ਨੂੰ, ਘੁੰਮਣ ਬ੍ਰਦਰ ਜੀ ਨੂੰ ਬੇਨਤੀ ਕੀਤੀ ਹੈ ਵੀ ਸਾਨੂੰ ਸਹੀ ਟਿਕਾਣੇ ਲੈ ਕੇ ਜਾਓ ਤਾਂ ਕਿ ਲੋਕਾਂ ਨੂੰ ਇਨਸਾਫ ਮਿਲ ਸਕੇ। ਤੁਹਾਨੂੰ ਲੱਗਦਾ ਕਿ ਜਿਹੜੀਆਂ ਹੁਣ ਬੀਬੀਆਂ ਕਿੱਟੀ ਪਾਉਂਦੀਆਂ ਨੇ, ਉਹਨਾਂ ਨੂੰ ਅਲਰਟ ਹੋਣਾ ਚਾਹੀਦਾ, ਇੱਦਾਂ ਨਹੀਂ ਪਾਉਣੀਆਂ ਚਾਹੀਦੀਆਂ ਕਿੱਟੀਆਂ, ਨੁਕਸਾਨ ਹੋ ਸਕਦਾ ਹੈ? ਜੀ ਬਿਲਕੁਲ। ਬੜਾ ਔਖਾ ਪੈਸਾ ਕਮਾਇਆ ਜਾ ਰਿਹਾ ਹੈ, ਬੜਾ ਔਖਾ ਸਮਾਂ ਚੱਲ ਰਿਹਾ। ਕੋਵਿਡ-19 ਦੇ ਕਰਕੇ ਤਾਂ ਅਸੀਂ ਲੋਕ ਕੀ ਸਾਰੀ ਦੁਨੀਆ ਤੰਗ ਹੈ, ਅਸੀਂ ਰੋਟੀ ਤੋਂ ਵੀ ਔਖੇ ਹਾਂ।
ਇਹਨਾਂ ਲੋਕਾਂ ਨੇ ਕੀ ਕੀਤਾ, ਜਿਹੜੇ ਇਹਨਾਂ ਲੋਕਾਂ ਕੋਲ ਪੈਸੇ ਜਮ੍ਹਾਂ ਸੀ ਕਿੱਟੀਆਂ ਦੇ, ਇਹਨਾਂ ਨੇ ਉਹ ਪੈਸੇ ਦੇਣ ਤੋਂ ਮਨਾਹੀ ਕਰਤੀ ਵੀ ਸੋਨਾ ਲਓ। ਸੋਨੇ ਵਿੱਚ 20% 25% ਸਾਡੇ ਕੋਲ ਪ੍ਰੂਫ ਹੈ, ਉਹਦੀਆਂ ਪਾਲਸ਼ਾਂ ਲਾਉਂਦੇ ਆ, ਲੇਬਰਾਂ ਲਾਉਂਦੇ ਆ। ਤੇ ਜੇ ਕੋਈ ਪੈਸੇ ਨਗਦ ਮੰਗਦਾ, ਜਿਹਦਾ 20,000 ਆਇਆ ਉਹਨੂੰ ਕਹਿੰਦੇ ਸੀ 12,000 ਰੁਪਏ ਦਾ ਨਾ ਕੱਟ ਕੇ। ਕਿਉਂ ਜੀ? ਇੱਕ ਤਾਂ ਤੁਸੀਂ 20 ਮਹੀਨੇ ਸਾਡੇ ਪੈਸੇ ਵਰਤ ਲਏ, 8,000 ਰੁਪਏ ਸਾਡਾ ਕੱਟ ਲਿਆ। ਵਿਆਜ ਦੇਣ ਦੀ ਬਜਾਏ ਸਾਡੇ ਕੋਲ ਤੁਸੀਂ ਉਲਟਾ ਵਿਆਜ ਲੈ ਰਹੇ ਹੋ। ਇਸ ਕਰਕੇ ਲੋਕ ਬੜੇ ਦੁਖੀ ਹੈ, ਬੜੇ ਰੋਂਦੇ ਆ ਲੋਕ, ਸਾਡੇ ਕੋਲ ਆਉਂਦੇ ਆ, ਕਿਉਂਕਿ ਅਸੀਂ ਉੱਥੇ ਮੌਜੂਦਾ ਪ੍ਰਧਾਨ ਆ, ਅਸੀਂ ਜ਼ਿੰਮੇਵਾਰ ਬੰਦੇ ਆ। ਅਸੀਂ ਇਹਨਾਂ ਨੂੰ ਜਾ ਕੇ ਬੇਨਤੀ ਵੀ ਕੀਤੀ, ਲੇਕਿਨ ਇਹਨਾਂ ਨੇ ਸਾਡੀ ਨਹੀਂ ਸੁਣੀ। ਕਹਿੰਦੇ ਤੁਸੀਂ ਜਾਓ, ਜੋ ਕਰਨਾ ਕਰ ਲਓ, ਨੰਗ ਮਲੰਗ ਬੰਦੇ ਹੋ ਤੁਸੀਂ, ਤੁਹਾਡੇ ਪੱਲੇ ਕੀ ਹੈ। ਅਸੀਂ ਸਾਰਾ ਕੁਝ, ਸਾਡੇ ਕੋਲ ਸਾਡੀ ਸੈਟਿੰਗ ਹੈ, ਅਸੀਂ ਸਾਰਾ ਕੁਝ ਕਰ ਲਾਂਗੇ। ਲੇਕਿਨ ਮੈਂ ਫਿਰ ਸ਼ੁਕਰੀਆ ਅਦਾ ਕਰਦਾ ਮਾਨਯੋਗ ਹਾਈ ਕੋਰਟ ਦਾ ਤੇ ਐਸਐਸਪੀ ਫਤਿਹਗੜ੍ਹ ਸਾਹਿਬ ਦਾ, ਜਿਨ੍ਹਾਂ ਨੇ ਸਾਨੂੰ ਇਨਸਾਫ ਦਿੱਤਾ ਹੈ। ਲੇਕਿਨ ਥੋੜੀ ਜਿਹੀ ਕਮੀ ਰਹਿ ਗਈ। ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕਰੂੰਗਾ ਵੀ ਇਹ ਸਾਨੂੰ ਪੂਰੀ ਕਰ ਦਿਓ, ਤਾਂ ਕਿ ਸਾਨੂੰ ਔਰ ਲੋਕਾਂ ਨੂੰ ਇਨਸਾਫ ਮਿਲ ਸਕੇ। ਬਿਲਕੁਲ। ਤੇ ਵੱਡੀ ਗੱਲ ਇਹ ਹੈ ਵੀ ਜਿਹੜੇ ਵੀ ਹੁਣ ਕਿੱਟੀ ਪਾਉਂਦੇ ਨੇ ਜਾਂ ਸੋਚ ਰਹੇ ਨੇ ਤਾਂ ਉਹ ਅਲਰਟ ਰਹਿਣ, ਕਿੱਟੀ ਨਾ ਪਾਓ ਤਾਂ ਜ਼ਿਆਦਾ ਚੰਗਾ, ਕਿਉਂਕਿ ਪੈਸੇ ਬੜੇ ਔਖੇ ਕਮਾਏ ਜਾਂਦੇ ਨੇ। ਤੇ ਦੂਜੀ ਗੱਲ, ਜਿਵੇਂ ਇਹਨਾਂ ਨੇ ਕਿਹਾ ਹੈ, ਜੋ ਬਣਦੀਆਂ ਧਾਰਾਵਾਂ ਸੀ, ਐਡਵੋਕੇਟ ਘੁੰਮਣ ਬ੍ਰਦਰਜ਼ ਨੇ ਵੀ ਕਿਹਾ ਹੈ, ਉਹ ਨਹੀਂ ਲਾਈਆਂ ਗਈਆਂ। ਕਿਉਂ? ਕਿਉਂਕਿ ਮਿਲੀ ਭੁਗਤ ਉੱਪਰਲੇ ਅਫਸਰ ਨੂੰ ਠੀਕ ਹੈ ਨਹੀਂ ਪਹੁੰਚਿਆ ਹੋਣਾ ਕੁਝ, ਜਾਂ ਉੱਪਰਲੇ ਅਫਸਰ ਇਮਾਨਦਾਰ ਬੈਠੇ ਹੋਣਗੇ, ਪਰ ਜਿਹੜਾ ਥੱਲੜਾ ਤਬਕਾ ਹੈ ਉਸ 'ਤੇ ਨਜ਼ਰ ਕੌਣ ਰੱਖੇਗਾ? ਕਿਉਂ ਬਣਦੀਆਂ ਧਾਰਾਵਾਂ ਨਹੀਂ ਲਾਈਆਂ ਗਈਆਂ? ਕਿਉਂ ਜੋ ਦੋਸ਼ੀ ਨੇ, ਜੋ ਮੁਲਜ਼ਮ ਨੇ, ਖਾਸ ਕਰ ਉਹਨਾਂ ਨੂੰ ਬਚਾਇਆ ਜਾ ਰਿਹਾ ਹੈ? ਕਿ ਸਿਆਸੀ ਪ੍ਰੈਸ਼ਰ ਵੀ ਹੈ? ਬੜਾ ਵੱਡਾ ਸਵਾਲ ਹੈ। ਪਰ ਫਿਲਹਾਲ ਇੱਕ ਗੱਲ ਤੁਸੀਂ ਵੀ ਪੱਲੇ ਬੰਨ੍ਹ ਲਓ ਕਿ ਹਰ ਚਮਕਦੀ ਹੋਈ ਚੀਜ਼ ਸੋਨਾ ਨਹੀਂ ਹੁੰਦੀ, ਤੇ ਕਿੱਟੀਆਂ ਤੋਂ ਪਰਹੇਜ਼ ਕਰੋ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।